पेश है विज्ञान लड़ीवार आउण वाला कल दी दूजी कड़ी। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਬਣਾਉਟੀ ਬੌਧਿਕਤਾ ਦੀ ਵਿਗਿਆਨ, ਵਰਤੋਂ ਤੇ ਭਵਿੱਖ ਬਾਬਤ ਸਾਡੇ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ ਦੂਜੀ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਨਮਸਤੇ। जी हाँ, इस विज्ञान लड़ीवार दी पिछली कड़ी भविख दे नक्शे कदम च सुनी सी कहानी असी बनावटी बौद्धिकता दे आगाज दी। ਸੁਣਿਆ ਸੀ ਤੁਸੀਂ ਕਿ ਕਿਵੇਂ ਆ ਹੁਣ ਆ ਰਿਹਾ ਹੈ ਜਾਂ ਕਹਿ ਲਈਏ ਇੱਕ ਤਰੀਕੇ ਨਾਲ ਚੱਲ ਰਿਹਾ ਹੈ ਤੇ ਵਰਤਿਆ ਜਾ ਰਿਹਾ ਹੈ ਬਣਾਉਟੀ ਬੌਧਿਕਤਾ ਨਾਮੀ ਪੜਾਅ ਹੈ ਚੌਥਾ ਸਨਅਤੀ ਇਨਕਲਾਬ। ਸੁਣਿਆ ਸੀ ਕਿ ਕਿਵੇਂ ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ 'ਚ ਵੱਡੇ ਬਦਲਾਅ ਆਏ ਸੀ ਪਹਿਲੇ 3 ਇਨਕਲਾਬਾਂ ਨਾਲ, ਯਾਨੀ ਮਸ਼ੀਨ ਰਾਹੀਂ ਉਤਪਾਦਨ, ਵਿਗਿਆਨ ਤੇ ਟੈਕਨੋਲੋਜੀ ਨਾਲ ਸਵੈਚਾਲਿਤ ਮਸ਼ੀਨਾਂ ਤੇ ਡਿਜੀਟਲ ਤਕਨੀਕਾਂ ਨਾਲ। ਵੇਖੋ ਜੀ, ਕਹਾਣੀ ਅਸੀਂ ਦਿੱਤੀ ਸੀ ਸੁਣਾ ਕਿ ਸਾਡੇ ਇਸ ਬਣਾਉਟੀ ਬੌਧਿਕਤਾ ਵਾਲੇ ਚੌਥੇ ਇਨਕਲਾਬ 'ਚ ਆਉਣਗੇ ਜੀਵਨ ਦੇ ਹਰ ਸ਼ੋਬੇ 'ਚ ਵੱਡੇ ਬਦਲਾਅ। ਸੁਣਾਈ ਸੀ ਕਹਾਣੀ ਕਿ ਕਿਵੇਂ ਸਾਡੇ ਰੋਜ਼ਾਨਾ ਜੀਵਨ ਤੇ ਕੰਮਕਾਰ ਦੇ ਤੌਰ ਤਰੀਕੇ ਬਦਲ ਜਾਣਗੇ, ਬਦਲ ਜਾਏਗਾ ਵਪਾਰ ਤੇ ਲੇਖਾ ਜੋਖਾ ਵੀ। ਸੁਣੀ ਸੀ ਕਹਾਣੀ ਕਿ ਬਦਲੇਗੀ ਸਿਆਸਤ, ਬਦਲ ਜਾਏਗਾ ਪ੍ਰਸ਼ਾਸਨ ਤੇ ਸਮਾਜ ਦੀਆਂ ਵੀ ਹੋਣਗੀਆਂ ਨਵੀਆਂ ਤਰਜੀਹਾਂ। ਜੀ ਹਾਂ, ਸੁਣ ਲਈ ਸੀ ਕਹਾਣੀ ਕਿ ਇਸ ਇਨਕਲਾਬ ਨਾਲ ਵਿਗਿਆਨ, ਕਾਨੂੰਨ ਤੇ ਨੈਤਿਕਤਾ ਦੇ ਖੇਤਰ 'ਚ ਵੀ ਦਰਪੇਸ਼ ਹੋਣਗੀਆਂ ਨਵੀਆਂ ਚੁਣੌਤੀਆਂ। ਸੁਣਾਈ ਸੀ ਕਹਾਣੀ ਕਿ ਇਸ ਬਣਾਉਟੀ ਬੌਧਿਕਤਾ ਨਾਲ ਜਿੱਥੇ ਨਿੱਜ ਦੇ ਜੀਵਨ ਦੀਆਂ ਘਟਨਾਵਾਂ ਦੀ ਜਸੂਸੀ ਦਾ ਤੇ ਬੇਰੁਜ਼ਗਾਰੀ ਦਾ ਡਰ ਹੈ, ਉੱਥੇ ਇਸ ਨਾਲ ਦੁਰਗਮ ਸਥਾਨਾਂ ਦੀ ਖੋਜ ਸੌਖੀ ਹੋ ਜਾਏਗੀ ਤੇ ਮੌਤ ਦੇ ਮੂੰਹ 'ਚ ਜਾਏ ਬਿਨਾਂ ਹੀ ਬੁਲੰਦੀਆਂ ਤੇ ਪਹੁੰਚਣ 'ਚ ਕਾਮਯਾਬੀ ਮਿਲ ਜਾਏਗੀ। ਬਿਲਕੁਲ, ਕੰਮ ਸਹਿਲ ਹੋਣ ਕਰਕੇ ਕੰਮ ਦੇ ਘੰਟੇ ਘਟਾ ਕੇ ਜੀਵਨ 'ਚ ਸੰਵੇਦਨਾ, ਕਲਾ ਤੇ ਸੁਹਜ ਸ਼ਾਸਤਰ ਨੂੰ ਜ਼ਿਆਦਾ ਜਗ੍ਹਾ ਮਿਲ ਸਕਦੀ ਹੈ। ਬਣਾਉਟੀ ਬੁੱਧੀ ਅਸਲੀ ਬੁੱਧੀ ਦਾ ਬਦਲ ਨਹੀਂ, ਸਗੋਂ ਇਸ ਦਾ ਪੂਰਕ ਹੈ। ਅੱਜ ਦੀ ਇਸ ਕੜੀ 'ਚ ਸੁਣਾਂਗੇ ਅਸੀਂ ਕਹਾਣੀ ਕਿ ਕਿਵੇਂ ਇਹ ਬਣਾਉਟੀ ਬੌਧਿਕਤਾ ਸਾਡੀਆਂ ਕਈ ਸਾਰੀਆਂ ਘਰੇਲੂ ਸਮੱਸਿਆਵਾਂ ਦਾ ਅਛੋਪਲਾ ਹੀ ਹੱਲ ਕਰਕੇ ਸਾਨੂੰ ਕਰ ਦਿੰਦੀ ਹੈ ਅਚੰਭਤ। ਤਾਂ ਫਿਰ ਲਓ ਸੁਣੋ ਇਸ ਨਵੇਂ ਲੜੀਵਾਰ ਆਉਣ ਵਾਲਾ ਕੱਲ ਦੀ ਦੂਜੀ ਕੜੀ, ਬਣਾਉਟੀ ਬੌਧਿਕਤਾ ਦੇ ਨਾਲ ਇੱਕ ਸਵੇਰ। ਲਓ ਇਉਂ ਕਰਦੇ ਨੇ ਪੇਸ਼ ਸਾਡੇ ਇਹ ਕਲਾਕਾਰ। ਲਓ ਜੀ, ਮੈਂ ਵੀ ਜਰਾ ਸੁਸਤਾ ਲੈਣੀ ਆ। ਉਹ ਤੁਹਾਡੇ ਵਾਂਗ ਮੈਂ ਵੀ ਗਰਮ ਗਰਮ ਚਾਹ ਦੀਆਂ ਚੁਸਕੀਆਂ ਲੈ ਲੈਣੀ ਆ। ਹਾਂ ਉਹ ਆਪਣੀ ਨੌਕਰਾਨੀ ਚੰਦਾ ਦਾ ਨਾ ਹੁਣੇ ਫੋਨ ਆਇਆ। ਕਮਲ, ਓਹ ਉਹਨੇ ਕਿਹੜੀ ਖੁਸ਼ਖਬਰੀ ਸਾਂਝੀ ਕੀਤੀ ਹੈ ਤੇਰੇ ਨਾਲ? ਟ੍ਰੈਫਿਕ ਜਾਮ? ਮੈਨੂੰ ਤਾਂ ਇਹੀ ਲੱਗਦਾ ਫਿਰ ਤਾਂ ਉਹ ਦੇਰ ਨਾਲ ਆਵੇਗੀ। ਉਹ ਨਹੀਂ, ਕੋਈ ਟ੍ਰੈਫਿਕ ਜਾਮ ਦੀ ਗੱਲ ਨਹੀਂ ਕੀਤੀ ਅੱਜ। ਉਹਦਾ ਨਾ ਬੇਟਾ ਬਿਮਾਰ ਹੈ, ਉਹ ਅੱਜ ਨਹੀਂ ਆ ਰਹੀ। ਮੈਂ ਤਾਂ ਇਹੀ ਕਹਿ ਸਕਦਾ ਕਿ ਬਹੁਤ ਮਾੜੀ ਗੱਲ ਹੈ। ਚੰਦਾ ਦੀ ਗੈਰ ਹਾਜ਼ਰੀ 'ਚ ਜੇ ਹੋਰ ਕੁਝ ਨਹੀਂ ਮੇਰੀ ਛੁੱਟੀ ਤਾਂ ਬੇਕਾਰ ਜਾ ਹੀ ਸਕਦੀ ਹੈ। ਉਹ ਚਲੋ ਛੱਡੋ, ਇੰਨੇ ਜ਼ਾਲਮ ਵੀ ਨਾ ਬਣੋ। ਉਹ ਆਪਣੇ ਬਿਮਾਰ ਬੱਚੇ ਨੂੰ ਕਿਵੇਂ ਛੱਡ ਕੇ ਆ ਸਕਦੀ ਹੈ? ਨਾ ਮਾਫ ਕਰੋ ਡੀਅਰ, ਸ਼ਾਂਤ ਰਹੋ, ਬੈਠੋ। ਚਾਹ ਦੀਆਂ ਚੁਸਕੀਆਂ ਲੈਣ ਦੀ ਹੁਣ ਤੁਹਾਡੀ ਵਾਰੀ। ਮੈਂ ਤਾਂ ਪਹਿਲਾਂ ਹੀ ਆਪਣੇ ਗੁੱਟ ਤੇ ਬਾਹਾਂ ਦੇ ਪੱਠਿਆਂ ਦੀ ਵਰਜਿਸ਼ ਕਰਕੇ ਇਹਨਾਂ ਨੂੰ ਚੁਸਤ ਕਰਨ 'ਚ ਲੱਗਿਆ ਪਿਆ। ਓਹੋ, ਪਰ ਕਿਉਂ? ਕੀ ਤੁਹਾਡੇ ਹੱਥਾਂ ਨੂੰ ਕੁਝ ਦਿੱਕਤ ਹੈ? ਮੈਨੂੰ ਲੱਗਦਾ ਕਿਤੇ ਉਹੀ ਪੁਰਾਣੇ ਦਰਦ ਤਾਂ ਨਹੀਂ? ਉਹ ਨਹੀਂ ਅਨੂਪਮ, ਅਜਿਹਾ ਕੁਝ ਵੀ ਨਹੀਂ। ਮੈਂ ਆਪਣੇ ਫਰਜ਼ਾਂ ਦੀ ਪੂਰਤੀ ਨੂੰ ਸਮਰਪਿਤ ਹਾਂ। ਮੈਨੂੰ ਪਤਾ ਕਿ ਮੇਰੇ ਗੁੱਟ ਤੇ ਬਾਂਹ ਇਸ ਬਾਰੇ ਬਿਹਤਰ ਜਾਣਦੇ ਨੇ ਕਿ ਜਦੋਂ ਚੰਦਾ ਛੁੱਟੀ ਵਾਲੇ ਦਿਨ ਨਹੀਂ ਆਉਂਦੀ ਤਾਂ ਭਾਂਡੇ ਮਾਂਜਣ ਧੋਣ ਦਾ ਕੰਮ ਮੇਰੇ ਹੀ ਜ਼ਿੰਮੇ ਲੱਗਦਾ। ਕਈ ਵਾਰ ਨਾ ਤੁਸੀਂ ਇੰਨੇ ਡਰਾਮੇ ਕਰਦੇ ਹੋ ਕਿ ਪੁੱਛੋ ਹੀ ਨਾ। ਇਹ ਗੱਲ ਦੱਸਣ ਲਈ ਕਿ ਤੁਸੀਂ ਭਾਂਡੇ ਧੋਣ ਤੋਂ ਡਰਦੇ ਹੋ, ਲਗਭਗ ਅੱਧੀ ਸਕ੍ਰਿਪਟ ਬਣਾਈ ਬੈਠੇ ਹੋ। ਡਰਿਆ? ਕੌਣ ਡਰਿਆ?
ਤੁਸੀਂ? ਕਦੇ ਵੀ ਨਹੀਂ। ਮੈਂ ਤਾਂ ਬਸ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰ ਰਿਹਾ ਸੀ। ਅੱਛਾ ਜੀ, ਹੁਣ ਸਮਝ ਆਇਆ ਕਿ ਇਹ ਸੀ ਜਨਾਬ ਦੀ ਮਾਨਸਿਕ ਤਿਆਰੀ ਦਾ ਪ੍ਰਗਟਾਵਾ। ਕਮਲ, ਵੈਸੇ ਤੁਸੀਂ ਕੋਈ ਨਵੀਂ ਕਾਢ ਕਿਉਂ ਨਹੀਂ ਕੱਢ ਲੈਂਦੇ? ਕਿਸ ਬਾਰੇ ਨਵੀਂ ਕਾਢ? ਡਰਾਮੇ ਬਾਰੇ? ਉਹ ਕੀ ਫਜ਼ੂਲ ਦੀ ਗੱਲ ਕਰ ਦਿੱਤੀ ਹੈ। ਤੁਸੀਂ ਕੋਈ ਅਜਿਹਾ ਯੰਤਰ ਕਿਉਂ ਨਹੀਂ ਬਣਾ ਲੈਂਦੇ ਜੋ ਤੁਹਾਡੀ ਥਾਂ ਤੇ ਭਾਂਡੇ ਮਾਂਜਣ ਤੇ ਧੋਣ ਦਾ ਕੰਮ ਕਰੇ? ਤੁਹਾਡਾ ਮਤਲਬ ਹੈ ਰੋਬੋਟ। ਇਸ ਨੂੰ ਹੁਣ ਨਵੀਂ ਕਾਢ ਨਹੀਂ ਮੰਨਿਆ ਜਾਂਦਾ। ਤੇ ਤਾਂ ਫਿਰ ਕੋਈ ਹੋਰ ਉੱਚ ਤਕਨੀਕੀ ਯਾਨੀ ਕਿ ਐਡਵਾਂਸ ਰੋਬੋਟ ਬਣਾ ਲਓ। ਇੱਕ ਅਜਿਹਾ ਰੋਬੋਟ ਜੋ ਸਾਡੀ ਚਰਚਾ ਤੋਂ ਹੀ ਸਮਝ ਜਾਵੇ ਕਿ ਚੰਦਾ ਗੈਰ ਹਾਜ਼ਰ ਰਹੇਗੀ, ਫਿਰ ਸਿੱਧਾ ਭਾਂਡੇ ਮਾਂਜਣ ਤੇ ਧੋਣ ਦੇ ਕੰਮ ਵੱਲ ਚਾਲੇ ਪਾ ਦੇਵੇ। ਸਮਝੇ? ਵਾਹ ਅਨੂਪਮ ਵਾਹ। ਕੀ ਤੁਸੀਂ ਜਾਣਦੇ ਹੋ ਕਿ ਜੋ ਤੁਸੀਂ ਕਹਿੰਦੇ ਹੋ ਉਹ ਮੈਂ ਬਹੁਤ ਸਹਿਜੇ ਹੀ ਤਿਆਰ ਕਰ ਸਕਦਾ, ਪਰ ਉਹ ਪਰ ਕੀ, ਫੰਡ ਦੀ ਸਮੱਸਿਆ ਹੈ। ਤੁਸੀਂ ਤਾਂ ਆਪਣੀ ਕੰਪਨੀ ਦੇ ਐਡੇ ਵੱਡੇ ਸੈਕਸ਼ਨ ਦੇ ਮੁਖੀ ਹੋ, ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਕਿ ਤੁਹਾਡੇ ਕੋਲ ਕੋਈ ਫੰਡਾਂ ਦੀ ਘਾਟ ਹੈ। ਤੁਸੀਂ ਗਲਤ ਸੋਚ ਰਹੇ ਹੋ ਪਿਆਰੇ। ਮੈਂ ਤੁਹਾਨੂੰ ਤੁਹਾਡੇ ਸ਼ਬਦ ਯਾਦ ਕਰਵਾਉਣਾ ਚਾਹੁੰਦਾ। ਪਲ ਭਰ ਪਹਿਲਾਂ ਤੁਸੀਂ ਕੀ ਕਹਿ ਰਹੇ ਸੀ? ਐਨੇ ਵੀ ਜ਼ਾਲਮ ਨਾ ਹੋ ਜਾਵੋ, ਕਹਿ ਰਹੇ ਸੀ ਜਾਂ ਨਹੀਂ? ਹਾਂ, ਕਹਿ ਰਹੀ ਸੀ, ਪਰ ਇਸ ਗੱਲ ਦਾ ਨਵੀਂ ਕਾਢ ਨਾਲ ਕੀ ਤਾਲੁਕ ਹੈ? ਅਨੂਪਮ, ਤਾਲੁਕ? ਹਾਂ ਅਨੂਪਮ, ਹਾਂ ਹੈ ਤਾਲੁਕ ਤੇਰੇ ਵੱਲੋਂ ਦੱਸੀ ਗਈ ਨਵੀਂ ਕਾਢ ਨਾਲ। ਅਜਿਹਾ ਕਰਨਾ ਵੀ ਤਾਂ ਜ਼ੁਲਮ ਹੋਏਗਾ। ਇੱਕ ਬੁੱਧੀਮਾਨ ਰੋਬੋਟ ਤਾਂ ਚੰਦਾ ਵਰਗਿਆਂ ਦੀ ਨੌਕਰੀ ਤੋਂ ਹੀ ਛੁੱਟੀ ਕਰਵਾ ਸਕਦਾ। ਇੱਕ ਵਾਰ ਤੁਸੀਂ ਸਵੈ ਚਾਲਨ ਦੇ ਫਾਇਦਿਆਂ ਨੂੰ ਵੇਖ ਲਿਆ ਨਾ, ਤਾਂ ਕਿਸੇ ਵੀ ਮਨੁੱਖ ਦੇ ਨਖਰਿਆਂ ਨੂੰ ਸਹਿਣ ਲਈ ਤਿਆਰ ਨਹੀਂ ਹੋਵੋਗੇ। ਹਾਂ ਕਮਲ, ਵੀ ਸੰਸਾਰ ਭਰ ਵਿੱਚ ਤਾਂ ਬੇਰੁਜ਼ਗਾਰੀ ਪਹਿਲਾਂ ਹੀ ਇੱਕ ਵੱਡੀ ਸਮੱਸਿਆ ਹੈ, ਤੇ ਉੱਤੋਂ ਇਹ ਤਕਨੀਕੀ ਮਸ਼ੀਨਾਂ ਤਾਂ ਹੋਰ ਬੇਰੁਜ਼ਗਾਰੀ ਪੈਦਾ ਕਰ ਦੇਣਗੀਆਂ। ਬਿਲਕੁਲ। ਮਾਂ, ਕੀ ਫ੍ਰਿਜ 'ਚ ਕੋਈ ਨੁਕਸ ਹੈ? ਨਹੀਂ ਤਾਂ ਬੇਟਾ, ਕੀ ਨੁਕਸ ਹੈ? ਪਿਛਲੇ ਹਫ਼ਤੇ ਤਾਂ ਮਿਸਤਰੀ ਮੁਰੰਮਤ ਕਰਕੇ ਗਿਆ। ਲੈ, ਮੈਨੂੰ ਲੱਗਦਾ ਕੰਪਨੀ ਨੂੰ ਪੈਸੇ ਵਾਪਸ ਕਰਨ ਲਈ ਕਹਿਣਾ ਹੀ ਪਏਗਾ। ਕਿਹੋ ਜਿਹੇ ਬੇਕਾਰ ਆਦਮੀ ਭੇਜ ਛੱਡਦੇ ਨੇ। ਹੋ ਅਨੂਪਮ, ਇੰਨਾ ਗੁੱਸਾ ਨਾ ਕਰੋ। ਮੈਨੂੰ ਸੁਣਨ ਦਿਓ ਕਿ ਕੀ ਹੋਇਆ। ਪੁੱਤ ਵੰਸ਼ਿਕਾ, ਮੈਨੂੰ ਦੱਸ ਫ੍ਰਿਜ ਨੂੰ ਕੀ ਹੋਇਆ? ਪਾਪਾ, ਕੱਲ ਰਾਤ ਮੈਨੂੰ ਪਿਆਸ ਲੱਗੀ। ਮੈਂ ਫ੍ਰਿਜ 'ਚੋਂ ਪਾਣੀ ਦੀ ਬੋਤਲ ਲੈਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਹੀ ਨਹੀਂ ਖੁੱਲਿਆ। ਹੈਂਡਲ ਨੂੰ ਜ਼ੋਰ ਨਾਲ ਖਿੱਚਿਆ, ਪਰ ਕੁਝ ਵੀ ਨਹੀਂ ਹੋਇਆ। ਓ ਹੋ, ਫਿਰ ਤਾਂ ਤੂੰ ਪਾਣੀ ਨਹੀਂ ਪੀ ਸਕੀ ਹੋਣੀ। ਮੈਨੂੰ ਬੁਲਾ ਲੈਣਾ ਸੀ ਪੁੱਤ। ਨਹੀਂ, ਪਾਣੀ ਤਾਂ ਮੈਂ ਮੇਜ਼ ਤੇ ਰੱਖੇ ਹੋਏ ਜੱਗ 'ਚੋਂ ਹੀ ਪੀ ਲਿਆ ਸੀ। ਇੱਕ ਮਿੰਟ ਰੁਕੋ, ਮੈਂ ਦੇਖਦੀ ਹਾਂ। ਤੂੰ ਕਹਿੰਦੀ ਹੈ ਕਿ ਦਰਵਾਜ਼ਾ ਨਹੀਂ ਖੁੱਲਿਆ ਸੀ, ਪਰ ਸਵੇਰੇ ਤਾਂ ਮੈਂ ਸਬਜ਼ੀਆਂ ਬਾਹਰ ਕੱਢੀਆਂ ਨੇ। ਤੁਸੀਂ ਕਿਉਂ ਹੱਸ ਰਹੇ ਹੋ ਕਮਲ? ਮੈਂ ਦੇਖਦੀ ਹਾਂ ਜਰਾ। ਬੇਟਾ, ਹੁਣ ਤਾਂ ਤੇਰਾ ਗਲਾ ਠੀਕ ਹੈ ਨਾ ਵੰਸ਼ਿਕਾ? ਅਜੇ ਤਾਂ ਠੀਕ ਨਹੀਂ ਹੋਇਆ ਪਾਪਾ। ਦਵਾਈ ਤਾਂ ਮੈਂ ਲਗਾਤਾਰ ਲੈ ਹੀ ਰਹੀ ਹਾਂ। ਲੈ, ਆ ਫ੍ਰਿਜ ਤਾਂ ਬਿਲਕੁਲ ਠੀਕ ਹੈ ਵੰਸ਼ਿਕਾ। ਤੈਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ। ਮੈਨੂੰ ਤਾਂ ਚਿੰਤਾ ਲੱਗ ਗਈ ਸੀ ਕਿ ਦੁਬਾਰਾ ਮਕੈਨਿਕ ਨੂੰ ਕਾਲ ਹੀ ਨਾ ਕਰਨੀ ਪੈ ਜਾਵੇ। ਵੰਸ਼ਿਕਾ, ਤੂੰ ਕਿਉਂ ਨਹੀਂ ਜਾ ਕੇ ਇੱਕ ਵਾਰ ਫੇਰ ਕੋਸ਼ਿਸ਼ ਕਰਕੇ ਵੇਖਦੀ? ਕੀ ਪਤਾ ਕਿ ਨੀਂਦ ਵਿੱਚ ਤੂੰ ਹੈਂਡਲ ਨੂੰ ਠੀਕ ਤਰ੍ਹਾਂ ਖਿੱਚ ਹੀ ਨਾ ਸਕੀ ਹੋਵੇਂ। ਓਹੋ ਪਾਪਾ, ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਕਈ ਵਾਰੀ ਖਿੱਚਿਆ ਸੀ, ਕਾਫੀ ਜ਼ੋਰ ਨਾਲ ਵੀ। ਠੀਕ ਹੈ, ਮੈਂ ਫੇਰ ਵੇਖ ਲੈਂਦੀ ਹਾਂ। ਜਸਟ ਵੇਟ। ਬੱਚੇ ਵੀ ਨਾ। ਮੰਮੀ, ਪਾਪਾ ਨਹੀਂ ਖੁੱਲ ਰਿਹਾ, ਵੇਖੋ ਤੁਸੀਂ। ਲਓ, ਆਓ ਵੇਖੀਏ ਮਸਲਾ ਕੀ ਹੈ। ਵੰਸ਼ਿਕਾ, ਚੀਕ ਕਿਉਂ ਰਹੇ ਹੋ ਤੁਸੀਂ? ਕੀ ਹੌਲੀ ਗੱਲ ਨਹੀਂ ਕਰ ਸਕਦੇ? ਮੇਰੀ ਨੀਂਦ ਖਰਾਬ ਕਰ ਦਿੱਤੀ ਹੈ। ਮਧੂ, ਵੰਸ਼ਿਕਾ ਤੇ ਇੰਨਾ ਗੁੱਸਾ ਨਾ ਕਰ। ਫ੍ਰਿਜ ਦੇ ਨਾਲ ਕੁਝ ਅਸਾਧਾਰਨ ਜਿਹਾ ਵਾਪਰ ਰਿਹਾ, ਇਸ ਲਈ ਸਾਨੂੰ ਬੁਲਾ ਰਹੀ ਸੀ। ਅਸਾਧਾਰਨ? ਫ੍ਰਿਜ ਦੇ ਨਾਲ ਹੈ? ਵੰਸ਼ਿਕਾ, ਕੀ ਤੈਨੂੰ ਫੇਰ ਤੋਂ ਉਹ ਭੂਤਾਂ ਦਿਸਣ ਲੱਗ ਪਈਆਂ ਜੋ ਤੇਰੇ ਮੋਬਾਈਲ 'ਚ ਫਿਲਮਾਂ 'ਚ ਹੁੰਦੀਆਂ ਨੇ? ਦੀ, ਤੁਸੀਂ ਹਮੇਸ਼ਾ ਹੀ ਇਹੀ ਬੋਲਦੇ ਹੋ। ਭੂਤ ਫਿਲਮਾਂ ਦਾ ਇਹਦੇ ਨਾਲ ਕੀ ਲੈਣਾ ਦੇਣਾ? ਔਰ ਤੁਸੀਂ ਦੋਵੇਂ ਚੁੱਪ ਕਰੋਗੀਆਂ? ਚੱਲ ਵੰਸ਼ਿਕਾ, ਹੈਂਡਲ ਨੂੰ ਖਿੱਚ, ਮੈਂ ਖੁਦ ਵੇਖਣਾ ਚਾਹੁੰਦੀ ਹਾਂ। ਆ ਲਓ, ਵੇਖ ਲਓ, ਨਹੀਂ ਖੁੱਲ ਰਿਹਾ। ਇਹ ਫ੍ਰਿਜ ਦਾ ਦਰਵਾਜ਼ਾ ਨਹੀਂ ਖੋਲ ਸਕਦੀ। ਮੈਨੂੰ ਟਰਾਈ ਕਰਨ ਦਿਓ। ਕਰ। ਮਾਮਾ, ਕੀ ਹੋ ਰਿਹਾ ਹੈ? ਅਨੂਪਮ, ਮੈਨੂੰ ਲੱਗਦਾ ਇਸ ਕੰਮ ਨੂੰ ਕਰਨ ਲਈ ਤੁਸੀਂ ਸਭ ਤੋਂ ਸਹੀ ਵਿਅਕਤੀ ਹੋ। ਬੱਚਿਓ, ਇੱਕ ਪਾਸੇ ਹਟੋ। ਲੈ ਵੇ, ਮੇਰੇ 'ਚ ਇੰਨਾ ਖਾਸ ਕੀ ਹੈ? ਠੀਕ ਹੈ, ਤੁਸੀਂ ਕਹਿੰਦੇ ਹੋ ਤਾਂ ਮੈਂ ਕੋਸ਼ਿਸ਼ ਕਰ ਲੈਂਦੀ ਹਾਂ, ਪਰ ਹਟੋ ਤੁਸੀਂ। ਚਲੋ ਇੱਧਰ ਹੋ। ਲੋ, ਲੈ, ਖੁੱਲ ਗਿਆ। ਕੋਈ ਸ਼ਰਾਰਤ ਜਾਪਦੀ ਹੈ। ਕੀ ਕੀਤਾ ਹੈ ਪਾਪਾ ਦਰਵਾਜ਼ੇ ਨੂੰ ਤੁਸੀਂ? ਨਹੀਂ, ਉਹ ਬਹੁਤਾ ਨਹੀਂ, ਸਿਰਫ ਦਰਵਾਜ਼ੇ 'ਚ ਕੁਝ ਅਕਲ ਸ਼ਾਮਲ ਕੀਤੀ ਹੈ। ਦਰਵਾਜ਼ੇ 'ਚ ਅਕਲ? ਮਜ਼ਾਕੀਆ ਲੱਗਦਾ ਹੈ। ਨਹੀਂ, ਮਜ਼ਾਕ ਨਹੀਂ। ਤੁਸੀਂ ਦਰਵਾਜ਼ੇ ਨੂੰ
ਇੱਕ ਬੁੱਧੀਮਾਨ ਵਸਤੂ ਕਿਉਂ ਨਹੀਂ ਮੰਨ ਸਕਦੇ? ਉਹ ਕਮਾਨ ਕਮਲ, ਕਾਫੀ ਹੋ ਗਿਆ। ਸਾਨੂੰ ਦੱਸੋ ਕਿ ਤੁਸੀਂ ਕੀ ਕੀਤਾ ਸੀ। ਇੱਧਰ ਦੇਖੋ, ਫ੍ਰਿਜ ਤੇ ਰੱਖੇ ਸੈੱਲ ਫੋਨ ਨੂੰ ਦੇਖਦੇ ਹੋ? ਹਾਂ। ਫੋਨ ਤੇ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਜੋ ਸਾਹਮਣੇ ਆਉਣ ਵਾਲੀ ਕਿਸੇ ਵੀ ਚੀਜ਼ ਦੀ ਫੋਟੋ ਖਿੱਚ ਰਿਹਾ ਹੈ। ਮੈਂ ਇਸ 'ਚ ਸਿਰਫ ਇੱਕ ਹਿਦਾਇਤ ਸ਼ਾਮਲ ਕੀਤੀ ਹੈ। ਕਿਹੜੀ ਹਦਾਇਤ? ਬੱਚਿਆਂ ਨੂੰ ਦਰਵਾਜ਼ਾ ਨਹੀਂ ਖੋਲ੍ਹਣ ਦੇਣਾ? ਠੀਕ ਬੁੱਝਿਆ। ਡਰ ਹੈ ਕਿ ਬਹੁਤ ਜ਼ਿਆਦਾ ਠੰਡਾ ਪਾਣੀ ਪੀ ਕੇ ਬਿਮਾਰ ਨਾ ਪੈ ਜਾਣ ਕਿਤੇ। ਵੰਸ਼ਿਕਾ ਦਾ ਤਾਂ ਗਲਾ ਪਹਿਲਾਂ ਹੀ ਖਰਾਬ ਹੈ। ਮੈਨੂੰ ਲੱਗਦਾ ਹੈ ਕਿ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕਮਾਲ ਹੈ ਪਾਪਾ। ਬੇਟੀ ਸਿਆਣੀ ਹੋ ਗਈ। ਪਰ ਇਹ ਤਾਂ ਦੱਸੋ ਕਿ ਤੁਹਾਡਾ ਪ੍ਰੋਗਰਾਮ ਦਰਵਾਜ਼ੇ ਦੀ ਵਿਸ਼ੇਸ਼ ਤਾਲਾਬੰਦੀ ਕਿਵੇਂ ਕਰਦਾ ਹੈ? ਬਸ ਦਰਵਾਜ਼ੇ ਅੰਦਰ ਇੱਕ ਸੈਂਸਰ ਲਗਾ ਦਿੱਤਾ ਜਿਸ ਨੂੰ ਪ੍ਰੋਗਰਾਮ ਦੁਆਰਾ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਇਹ ਸੈਂਸਰ ਇੱਕ ਛੋਟੇ ਜਿਹੇ ਮਕੈਨੀਕਲ ਯੰਤਰ ਨੂੰ ਸੰਚਾਲਿਤ ਕਰਦਾ ਹੈ। ਜਦੋਂ ਤੂੰ ਜਾਂ ਵੰਸ਼ਿਕਾ ਸਾਹਮਣੇ ਹੁੰਦੇ ਹੋ ਤਾਂ ਇਹ ਦਰਵਾਜ਼ੇ ਨੂੰ ਖੁੱਲ੍ਹਣ ਨਹੀਂ ਦਿੰਦਾ। ਅਨੂਪਮ ਨੂੰ ਕੋਈ ਸਮੱਸਿਆ ਨਹੀਂ ਆਵੇਗੀ, ਸਮਝੇ ਨਾ? ਅੱਛਾ। ਕਮਾਲ ਦੀ ਜੁਗਤ ਹੈ ਪਾਪਾ ਇਹ ਤਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਉੱਪਰ ਤਾਂ ਅਗਲੀਆਂ ਗਰਮੀਆਂ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਪ੍ਰੋਜੈਕਟ ਕਰ ਲੈਣਾ ਚਾਹੀਦਾ ਹੈ। ਕੋਈ ਸਮੱਸਿਆ ਨਹੀਂ। ਹਾਂ, ਪਰ ਜੇ ਤੁਸੀਂ ਇਸ ਬਾਰੇ ਹੋਰ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਦੰਦਾਂ ਨੂੰ ਬਰਸ਼ ਕਰੋ ਤੇ ਇੱਕ ਖਾਸ ਨਾਸ਼ਤੇ ਲਈ ਤਿਆਰ ਹੋ ਜਾਓ। ਹੈ ਕੀ ਵਿਸ਼ੇਸ਼ ਬਣਾਉਣਾ ਅੱਜ ਨਾਸ਼ਤੇ 'ਚ? ਪਰੇਸ਼ਾਨ ਨਾ ਹੋਵੋ। ਆਪਣੇ AI ਉਪਕਰਨ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਮੈਂ ਮੋਬਾਈਲ ਐਪ ਤੇ ਨਾਸ਼ਤੇ ਦਾ ਆਰਡਰ ਕਰ ਦਿਆਂਗਾ। AI? ਬਨਾਵਟੀ ਬੁੱਧੀ। ਇਹ ਮੇਰੇ ਪਿਆਰੇ ਵਾਟਸਨ ਦਾ ਮੂਲ ਹੈ। ਅੱਛਾ। ਆ ਰਹੇ ਆ ਬਈ, ਆ ਰਹੇ ਆ। ਨੰਦਨ ਹੋਣਾ ਸਾਡੇ ਲਈ ਨਾਸ਼ਤਾ ਲਿਆਇਆ ਹੋਣਾ। ਨੰਦਨ ਕੌਣ? ਕੀ ਅਸੀਂ ਇਹਨੂੰ ਜਾਣਦੇ ਹਾਂ? ਬਸ ਵੇਖੋ ਸਹੀ, ਉਸ ਨੂੰ ਅੰਦਰ ਆਉਣ ਦਿਓ ਜ਼ਰਾ। ਆਓ ਆਓ, ਅੰਦਰ ਆ ਜਾਓ। ਆ ਤੁਸੀਂ ਆਪਣੇ ਜੁੱਤੇ ਡਾਈਨਿੰਗ ਰੂਮ 'ਚ ਹੀ ਬੁਲਾ ਲਓ ਅਨੂਪਮ। ਹਾਂ ਠੀਕ ਹੈ ਠੀਕ ਹੈ, ਇੱਥੇ ਉਤਾਰ ਲਓ ਜੁੱਤੇ। ਜੀ। ਮਧੂ ਤੇ ਵੰਸ਼ ਸੁਣੋ। ਅਨੂਪਮ ਤੁਸੀਂ ਵੀ ਸੁਣੋ। ਰਿਵਾਜ਼ ਇਹ ਹੈ ਕਿ ਐਪ ਆਧਾਰਿਤ ਸੇਵਾਵਾਂ ਰਾਹੀਂ ਲੋੜੀਂਦੀਆਂ ਵਸਤਾਂ ਆਪਣੇ ਦਰਵਾਜ਼ੇ ਤੇ ਹੀ ਲੈ ਲਓ ਤੇ ਸੌਦਾ ਖਤਮ ਕਰੋ। AI ਨੇ ਅੱਜ ਨਿਯਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਦੱਸਾਂਗਾ ਕਿ ਕਿਉਂ, ਪਰ ਆਓ ਪਹਿਲਾਂ ਵੇਖੀਏ ਕਿ ਉਹ ਸਾਡੇ ਲਈ ਕੀ ਲਿਆਏ ਨੇ। ਖੁਸ਼ਬੂ ਤੋਂ ਹੀ ਮੈਂ ਕਹਿ ਸਕਦੀ ਹਾਂ ਕਿ ਇਹ ਭੋਜਨ ਸਵਾਦਲਾ ਹੋਏਗਾ। ਪਾਸਤਾ। ਪਾਪਾ ਤੁਸੀਂ ਤਾਂ ਕਮਾਲ ਕਰ ਦਿੱਤਾ। ਠੀਕ ਹੈ, ਪਰ ਜੇ ਧੰਨਵਾਦ ਕਰਨਾ ਤਾਂ ਇਹਨਾਂ ਦੋਵਾਂ ਦਾ ਕਰੋ। ਮੈਂ ਤਾਂ ਚੋਣ ਇਹਨਾਂ ਤੇ ਹੀ ਛੱਡ ਦਿੱਤੀ ਸੀ। ਹਾਂ, ਸਾਨੂੰ ਪਤਾ ਕਿ ਛੋਟੀ ਵੰਸ਼ਿਕਾ ਪਾਸਤਾ ਪਸੰਦ ਕਰਦੀ ਹੈ ਤੇ ਮਧੂ ਰੂਸੀ ਸੈਂਡਵਿਚ ਦੀ ਸ਼ੌਕੀਨ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਨਾਸ਼ਤੇ ਲਈ ਵੀ ਰੂਸੀ ਸੈਂਡਵਿਚ? ਪੱਕਾ ਕਮਲ ਨੇ ਤੁਹਾਨੂੰ ਸੁਝਾਅ ਦਿੱਤੇ ਹੋਣਗੇ। ਨਹੀਂ ਮੈਮ, ਸਰ ਨੇ ਅਸਲ ਵਿੱਚ ਸਾਨੂੰ ਪਰਿਵਾਰ ਦੇ ਹਰ ਮੈਂਬਰ ਦੀਆਂ ਤਰਜੀਹਾਂ ਪਸੰਦਾਂ ਦਾ ਪਤਾ ਲਗਾਉਣ ਲਈ ਇੱਕ ਚੁਣੌਤੀ ਦਿੱਤੀ ਸੀ। ਤੁਹਾਡੇ ਲਈ ਅਸੀਂ ਮਨਪਸੰਦ ਆਲੂ ਵਾਲਾ ਪਰੌਂਠਾ ਤਿਆਰ ਕੀਤਾ ਹੈ ਤੇ ਸਰ ਦੀ ਪਸੰਦ ਦਾ ਖਾਸ ਆਮਲੇਟ ਇਸ ਪੈਕ ਵਿੱਚ ਹੈ। ਤੁਸੀਂ ਤਾਂ ਗੱਲ-ਗੱਲ ਤੇ ਹੈਰਾਨ ਕਰੀ ਜਾ ਰਹੇ ਹੋ। ਕੋਈ ਨਹੀਂ, ਸਮਝ ਲਵਾਂਗੇ। ਪਰ ਪਹਿਲਾਂ ਇਹਨਾਂ ਨੂੰ ਕਾਫੀ ਤਾਂ ਪਿਲਾ ਦਈਏ। ਇਹ ਬੜੇ ਹੀ ਸ਼ੌਕੀਨ ਨੇ ਕਾਫੀ ਦੇ। ਅੱਛਾ ਚਲੋ, ਮੈਂ ਕਾਫੀ ਬਣਾ ਕੇ ਲਿਆਨੀ ਇਹਨਾਂ ਲਈ। ਪਰ ਤੁਸੀਂ ਇਹ ਕਿਵੇਂ ਪਤਾ ਲਗਾਇਆ ਕਿ ਮੈਨੂੰ ਸੈਂਡਵਿਚ ਹੀ ਪਸੰਦ ਹੈ? ਤੇ ਮੇਰੀ ਪਾਸਤਾ ਦੀ ਲਾਲਸਾ ਹੈ। ਨੰਦਨ ਆਓ ਤੇ ਸਮਝਾਓ। ਜੀ, ਮੈਂ ਕੋਸ਼ਿਸ਼ ਕਰਦਾ। ਅਸਲ 'ਚ ਸੋਸ਼ਲ ਮੀਡੀਆ ਇਸ ਸੰਬੰਧ 'ਚ ਬਹੁਤ ਮਦਦ ਕਰਦਾ ਹੈ। ਤੁਹਾਡਾ ਮਤਲਬ ਫੇਸਬੁੱਕ? ਹਾਂ, ਫੇਸਬੁੱਕ ਵੀ ਅਤੇ ਅਜਿਹੇ ਹੋਰ ਸੋਸ਼ਲ ਮੀਡੀਆ ਵੀ। ਖੈਰ, ਬਹੁਤ ਸਾਰੇ ਵੈਬਸਾਈਟ ਤੁਹਾਨੂੰ ਮੁਫਤ ਮੈਮਰੀ ਦਿੰਦੇ ਹਨ, ਕੁਝ ਪੀਰੀਓਡਿਕਲਾਂ ਜਾਂ ਵੈਬਸਾਈਟਾਂ ਦੀ, ਪਰ ਤੁਹਾਡੇ ਆਪਣੇ ਡਾਟਾ ਦੇ ਬਦਲੇ 'ਚ। ਕਿਹੜਾ ਡਾਟਾ? ਮੈਂ ਤਾਂ ਉਹਨਾਂ ਨੂੰ ਕੋਈ ਡਾਟਾ ਨਹੀਂ ਦਿੱਤਾ। ਤੁਹਾਡੇ ਨਿੱਜੀ ਡਾਟਾ ਦੀ ਗੱਲ ਨਹੀਂ ਹੈ, ਸਗੋਂ ਗੱਲ ਤਾਂ ਸੋਸ਼ਲ ਮੀਡੀਆ ਉੱਪਰ ਤੁਹਾਡੇ ਖਾਤੇ ਨਾਲ ਜੁੜੀ ਜਾਣਕਾਰੀ ਸਾਂਝਾ ਕਰਨ ਦੀ ਹੈ। ਮੁਫਤ ਪਹੁੰਚ ਦੇਣ ਵਾਲੇ ਕਹਿੰਦੇ ਨੇ ਕਿ ਉਹ ਤੁਹਾਡੇ ਸੰਪਰਕ ਆਦਿ ਇਕੱਠੇ ਕਰਨਗੇ। ਹਾਂ, ਮੈਨੂੰ ਯਾਦ ਹੈ। ਉਹ ਡਾਟਾ ਅਕਸਰ ਇੱਕ ਸਾਂਝੇ ਡਾਟਾ ਪੂਲ 'ਚ ਜਾਂਦਾ ਹੈ, ਮੁਫਤ ਪਹੁੰਚ ਦੇਣ ਵਾਲਾ। ਇਸ ਡਾਟਾ ਨਾਲ ਬਾਜ਼ਾਰ 'ਚ ਵਪਾਰ ਕਰ ਸਕਦਾ ਹੈ। ਅਸੀਂ ਵੀ ਅਜਿਹੇ ਡਾਟਾ ਤੱਕ ਪਹੁੰਚ ਖਰੀਦੀ ਹੈ। ਅਰਬਾਂ ਖਰਬਾਂ ਬਿਟਸ ਦੇ ਡਾਟਾ 'ਚੋਂ ਛਾਂਟੀ ਕੀਤੇ ਡਾਟਾ ਨਾਲ ਅਸੀਂ ਭੋਜਨ ਬਾਰੇ ਤੁਹਾਡੀ ਖਾਸ ਤਰਜੀਹ ਨੂੰ ਟਰੈਕ ਕਰ ਸਕਦੇ ਹਾਂ। ਮੈਨੂੰ ਤਾਂ ਇਸ 'ਤੇ ਯਕੀਨ ਕਰਨਾ ਵੀ ਔਖਾ ਲੱਗਦਾ ਹੈ। ਮੈਂ ਇਸ ਬਾਰੇ ਪੜ੍ਹਿਆ ਤਾਂ ਹੈ, ਪਰ ਅੱਜ ਪਹਿਲੀ ਵਾਰੀ ਮੈਂ ਉਸ ਵਿਅਕਤੀ ਦੇ ਸਾਹਮਣੇ ਹਾਂ ਜਿਸ ਨੇ ਇਸ ਡੇਟਾ ਦੀ ਵਰਤੋਂ ਕੀਤੀ ਹੈ। ਲਓ ਜੀ,
ਮੈਂ ਰਸੋਈ 'ਚ ਤੁਹਾਡੀ ਗੱਲਬਾਤ ਸੁਣੀ, ਸੱਚਮੁੱਚ ਹੀ ਮੈਨੂੰ ਤਾਂ ਬੜੀ ਦਿਲਚਸਪ ਲੱਗੀ ਹੈ। ਪਰ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਕੌਫੀ ਵਿੱਚ ਖੰਡ ਕਿੰਨੀ ਲੈਂਦੇ ਹੋ। ਇਸ ਲਈ ਆਪਣੀ ਮਦਦ ਆਪ ਕਰੋ, ਸੈਲਫ ਸਰਵਿਸ ਪਲੀਜ਼। ਹਲੋ। ਤੁਹਾਡੇ ਵਪਾਰ ਦੇ ਦਾਅ ਪੇਚ ਜੋ ਮਰਜ਼ੀ ਹੋਣ, ਪਰ ਇਹ ਤਾਂ ਮੰਨਣਾ ਪਵੇਗਾ ਕਿ ਖਾਣਾ ਬਹੁਤ ਸਵਾਦੀ ਹੈ, ਕਿਉਂ ਬੱਚੋ? ਬਿਲਕੁਲ ਜੀ। ਬਿਲਕੁਲ। ਹਾਂ, ਤੇ ਹੁਣ ਜੀ ਮੇਰੀ ਵਾਰੀ ਹੈ ਪਰੌਂਠੇ ਦਾ ਸਵਾਦ ਲੈਣ ਦੀ। ਮੈਂ ਜਰਾ 1 ਮਿੰਟ ਦੱਸਦੀ ਹਾਂ। ਵਾਹ, ਕਿਆ ਜਾਦੂਗਰੀ ਪਰੌਂਠਾ ਹੈ, ਇੰਨਾ ਸਵਾਦ। ਵੇਖੋ ਜੀ, ਇਹ ਆਪਣੀ ਰਣਨੀਤੀ ਵਿੱਚ 2 ਚੀਜ਼ਾਂ ਦਾ ਸੁਮੇਲ ਕਰ ਰਹੇ ਨੇ, ਇੱਕ ਮਨੁੱਖੀ ਬੁੱਧੀ ਤੇ ਦੂਸਰਾ ਬਨੌਟੀ ਬੁੱਧੀ। ਇਸ ਕਰਕੇ ਬਣ ਸਕਿਆ ਇਹ ਉੱਤਮ ਖਾਣਾ। ਮੈਂ ਸੱਚਮੁੱਚ ਨਤਾਸ਼ਾ ਤੋਂ ਪ੍ਰਭਾਵਿਤ ਹਾਂ, ਜਿਸ ਤਰੀਕੇ ਨਾਲ ਇਹ ਚੀਜ਼ਾਂ ਦੀ ਵਿਆਖਿਆ ਕਰ ਰਹੀ ਹੈ। ਵੈਸੇ ਕੀ ਤੁਸੀਂ ਕੋਈ ਹੋਟਲ ਪ੍ਰਬੰਧਨ ਜਾਂ ਇਸ ਤਰ੍ਹਾਂ ਦੀ ਹੋਰ ਚੀਜ਼ ਪੜ੍ਹੀ ਹੈ? ਨਹੀਂ, ਨਤਾਸ਼ਾ IT ਗ੍ਰੈਜੂਏਟ ਹੈ। ਇਸਨੇ ਕੁਝ ਕੰਪਨੀਆਂ ਲਈ ਕੰਮ ਕੀਤਾ ਤੇ ਫਿਰ ਅੱਕ ਗਈ। ਅਚਾਨਕ ਇਸਨੇ ਆਪਣਾ ਕੁਝ ਕਰਨ ਬਾਰੇ ਸੋਚਿਆ। ਸਟਾਰਟਅਪ ਬਿਜ਼ਨਸ। ਠੀਕ ਹੈ, ਇਹ ਪ੍ਰਚਲਿਤ ਸ਼ਬਦ ਹੈ, ਪਰ ਮੈਂ ਇਸ ਨੂੰ ਸਲਾਹ ਦਿੱਤੀ ਕਿ ਇਹ ਪਹਿਲੀ ਵਾਰੀ ਵੱਡੀ ਛਾਲ ਨਾ ਮਾਰੇ। ਨੰਦਨ ਚਾਚਾ ਸਾਡੇ ਪਰਿਵਾਰਿਕ ਦੋਸਤ ਨੇ, ਕਾਫੀ ਸਮੇਂ ਤੋਂ ਰੈਸਟੋਰੈਂਟ ਕਾਰੋਬਾਰ ਵਿੱਚ ਨੇ। ਸਾਲ ਕੁ ਪਹਿਲਾਂ ਜਦੋਂ ਮੈਂ ਕਰੀਅਰ ਦੀ ਸ਼ੁਰੂਆਤ ਕਰਨ ਲਈ ਭਟਕ ਰਹੀ ਸੀ, ਤਾਂ ਇਹਨਾਂ ਨੇ ਸੁਝਾਅ ਦਿੱਤਾ ਕਿ ਮੈਂ ਇਹਨਾਂ ਨਾਲ ਜੁੜ ਕੇ ਇਹਨਾਂ ਦੇ ਕਾਰੋਬਾਰ ਨੂੰ ਤਕਨੀਕ ਆਧਾਰਿਤ ਯਾਨੀ ਕਿ ਟੈਕ ਸੇਵੀ ਬਣਾਵਾਂ। ਅੱਛਾ, ਤਾਂ ਇੱਕ ਹੋਟਲੀਅਰ ਤੇ ਇੱਕ IT ਪੇਸ਼ੇਵਰ ਇਕੱਠੇ ਹੋ ਕੇ ਕਾਰੋਬਾਰ ਕਰਨ ਲੱਗ ਪਏ। ਪਰ ਮੈਨੂੰ ਕੋਈ ਪਤਾ ਨਹੀਂ ਸੀ ਕਿ ਅਸੀਂ ਬਨੌਟੀ ਬੁੱਧੀ ਵਰਤ ਰਹੇ ਹਾਂ। ਇਹ ਹਕੀਕਤ ਤਾਂ ਸਰ ਨੇ ਸਾਨੂੰ ਦੱਸੀ ਹੈ। ਇਹਨਾਂ ਨੇ ਸਾਡੇ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਵੀ ਸਾਨੂੰ ਕਈ ਕੀਮਤੀ ਸੁਝਾਅ ਦਿੱਤੇ ਨੇ। ਇਹ ਨਾਸ਼ਤਾ ਸ਼ੁਕਰਾਨੇ ਵਜੋਂ ਹੋਏਗਾ, ਕਿਰਪਾ ਕਰਕੇ ਸਵੀਕਾਰ ਕਰੋ। ਨਾ 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 ਨਾ, ਮੁਆਫ ਕਰਨਾ। ਮੈਂ ਆਪ ਇੱਕ ਪੇਸ਼ੇਵਰ ਹਾਂ ਤੇ ਮੈਂ ਅਜਿਹੀ ਮੁਫਤ ਸੇਵਾ ਦੇ ਵਿਰੁੱਧ ਹਾਂ। ਵਿਹਾਰਕ ਵਿਧੀ ਦਾ ਪਾਲਣ ਕਰੋ ਤੇ ਬਿੱਲ ਪੇਸ਼ ਕਰੋ, ਮੈਂ ਉਸ ਅਨੁਸਾਰ ਭੁਗਤਾਨ ਕਰਾਂਗਾ। ਪਰ ਸਰ, ਸਾਨੂੰ ਧੰਨਵਾਦ ਕਰਨ ਦਾ ਮੌਕਾ ਤਾਂ ਮਿਲਣਾ ਹੀ ਚਾਹੀਦਾ ਹੈ। ਪਿਆਰੇ ਦੋਸਤੋ, ਤੁਹਾਨੂੰ ਬਹੁਤ ਸਾਰੇ ਅਜਿਹੇ ਮੌਕੇ ਮਿਲਣਗੇ, ਪਰ ਇਸ ਵੇਲੇ ਮੈਨੂੰ ਬਿੱਲ ਭੇਜੋ। ਠੀਕ ਹੈ ਸਰ, ਕਿਰਪਾ ਕਰਕੇ ਸਾਨੂੰ ਕੁਝ ਮਿੰਟ ਦਿਓ। ਨੰਦਨ ਚਾਚਾ, ਕੀ ਮੈਂ ਆਪਣਾ ਨਵਾਂ ਸੌਫਟਵੇਅਰ ਵਰਤਾਂ? ਹਾਂ, ਕਿਉਂ ਨਹੀਂ? ਨਾਸ਼ਤਾ, ਪਾਰਟੀ ਦਾ ਨਾਮ ਕਮਲ, ਆਈਟਮਸ ਇੱਕ ਰਸ਼ੀਅਨ ਸੈਂਡਵਿਚ, ਇੱਕ ਪਾਸਤਾ, ਇੱਕ ਵਿਸ਼ੇਸ਼ ਆਮਲੇਟ। ਉਹ ਤਾਂ ਫੋਨ ਨਾਲ ਗੱਲ ਕਰਕੇ ਕੰਮ ਕਰ ਰਹੀ ਹੈ ਨਾ ਦਿਲਚਸਪ। ਉਸ ਨੂੰ ਕਰਨ ਦਿਓ। ਬਨੌਟੀ ਬੌਧਿਕਤਾ ਦਾ ਇਹ ਇੱਕ ਹੋਰ ਉਦਾਹਰਣ ਹੈ। ਅੱਛਾ। ਸਰ, ਹੋ ਗਿਆ, ਬਿੱਲ ਤੁਹਾਡੇ ਫੋਨ ਤੇ ਭੇਜ ਦਿੱਤਾ ਹੈ। ਹਾਂ, ਮੈਨੂੰ ਮਿਲ ਗਿਆ। ਹੱਥ ਧੋ ਕੇ ਹੀ ਮੈਂ ਭੁਗਤਾਨ ਕਰਾਂਗਾ। ਹੁਣ ਮੈਨੂੰ ਆਗਿਆ ਦਿਓ। ਨੰਦਨ, ਸਾਰੀ ਤੁਹਾਡੀ ਕਾਫੀ ਅਜੇ ਖਤਮ ਨਹੀਂ ਹੋਈ। ਬੁੱਲ ਤਾਂ ਨਹੀਂ ਸੜ ਗਏ ਕਿਤੇ? ਸਰ ਤਾਂ ਆਪਣੀ ਰੋਚਕ ਗੱਲਬਾਤ ਨਾਲ ਦੂਜਿਆਂ ਦਾ ਮਨੋਰੰਜਨ ਵੀ ਆਸਾਨੀ ਨਾਲ ਹੀ ਕਰ ਦਿੰਦੇ ਨੇ। ਹੈ, ਆ ਕੀ ਹੋਇਆ? ਪਾਣੀ ਨੂੰ ਕੀ ਹੋਇਆ ਪਾਪਾ? ਲੱਗਦਾ ਹੈ ਪਾਣੀ ਮੁੱਕ ਗਿਆ। ਟੈਂਕੀ ਖਾਲੀ ਹੋ ਗਈ ਹੋਣੀ ਹੈ, ਪਰ ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦਾ, ਕਿਉਂਕਿ ਸਵੇਰੇ ਪੰਪ ਚਲਾਉਣ ਦੀ ਡਿਊਟੀ ਮੇਰੀ ਸੀ। ਮੈਨੂੰ ਹੀ ਭੁਗਤਣਾ ਪਏਗਾ। ਮੈਂ ਜਾ ਕੇ ਮੋਟਰ ਚਲਾਉਣਾ। ਕਦਮ ਸੰਭਾਲ ਕੇ, ਹੇਠਲੀ ਪੌੜੀ ਥੱਲੇ ਜਰਾ ਫਿਸਲਣ ਹੈ। ठीक है पापा, पानी आ गया। मैं हाथ धो ले। वंशिका आ जा। ਪੰਪ ਤੇ ਟੰਕੀ ਨੂੰ ਵੀ ਬੁੱਧੀਮਾਨ ਬਣਾਉਣਾ ਚਾਹੀਦਾ ਹੈ। ਕੰਮ ਦੀ ਭਾਰੀ ਸਮਾਂ ਸੂਚੀ ਨੂੰ ਯਾਦ ਰੱਖਣ ਦੀ ਕੀ ਲੋੜ ਹੈ? ਕਾਫੀ ਹੋ ਗਿਆ ਕਮਲ, ਹਰ ਕੰਮ AI ਰਾਹੀਂ ਕਰਨ ਦੀ ਜ਼ਰੂਰਤ ਨਹੀਂ। ਕਿਰਪਾ ਕਰਕੇ ਭੁਗਤਾਨ ਕਰੋ। ਇਹਨਾਂ ਕੋਲ ਹੋਰ ਵੀ ਆਰਡਰ ਹੋਣੇ ਨੇ। ਕੋਈ ਜਲਦੀ ਨਹੀਂ ਮੈਮ, ਅਸੀਂ ਆਪਣੀ ਟੀਮ ਵੱਡੀ ਕਰ ਲਈ ਹੈ, ਇਸ ਲਈ ਉਡੀਕ ਕਰ ਸਕਦੇ ਹਾਂ। ਲਓ, ਭੁਗਤਾਨ ਹੋ ਗਿਆ। ਮਧੂ, ਕੀ ਬਿੱਲ ਤਿਆਰ ਕਰਨ ਦੀ ਵਿਧੀ ਤੁਹਾਡੇ ਲਈ ਨਵੀਂ ਸੀ? ਨਹੀਂ ਪਾਪਾ, ਅਸੀਂ ਆਪਣੇ ਸੈੱਲ ਫੋਨਾਂ ਤੇ ਗੂਗਲ ਰਾਹੀਂ ਸਹਾਇਤਾ ਕਰਨ ਵਾਲਿਆਂ ਨਾਲ ਵੀ ਗੱਲ ਕਰਦੇ ਹਾਂ। ਮੇਰੀ ਦੋਸਤ ਅੰਮ੍ਰਿਤਾ ਦੇ ਘਰ ਐਲੈਕਸਾ ਹੈ ਤੇ ਪੂਰਾ ਪਰਿਵਾਰ ਕਈ ਕਿਸਮਾਂ ਦੇ ਕੰਮਾਂ ਲਈ ਇਸ ਨੂੰ ਆਰਡਰ ਕਰਦਾ ਰਹਿੰਦਾ ਹੈ। ਮੈਨੂੰ ਕੁਝ ਵੀ ਨਵਾਂ ਨਹੀਂ ਲੱਗਦਾ। ਗੁੱਡ। ਤੁਸੀਂ ਸਭ ਕੁਝ ਕਰਦੇ ਹੋ, ਪਰ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਸਾਰੇ AI ਦੇ ਉਤਪਾਦ ਨੇ। ਸਰ, ਅਸੀਂ ਹੁਣ ਚੱਲਦੇ ਹਾਂ। ਕਿਰਪਾ ਕਰਕੇ ਯਾਦ ਰੱਖਣਾ ਤੇ ਜਦੋਂ ਵੀ ਲੋੜ ਪਏ ਆਰਡਰ ਕਰਨਾ ਪਲੀਜ਼। ਯਕੀਨਨ। ਸਭ ਨੂੰ ਅਲਵਿਦਾ।
ਓਕੇ ਓਕੇ ਜੀ, ਓਕੇ ਓਕੇ ਬਾਏ। ਧੰਨਵਾਦ ਜੀ। ਤਾਂ ਪਾਪਾ ਸਭ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਚਲਾਇਆ ਜਾ ਰਿਹਾ ਹੈ? ਅਜੇ ਅਸੀਂ ਅਜਿਹੇ ਪੜਾਅ ਤੇ ਨਹੀਂ ਪਹੁੰਚੇ। AI ਦੇ ਮੁੱਢਲੇ ਪੜਾਅ ਕਿਹੜੇ ਸਨ ਪਾਪਾ? AI ਗਤੀਵਿਧੀਆਂ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਸਨ, ਪਰ 1955 'ਚ ਇੱਕ ਅਮਰੀਕੀ ਕੰਪਿਊਟਰ ਵਿਗਿਆਨੀ ਜੌਨ ਮੈਕਾਰਥੀ ਦੇ ਸੁਝਾਅ ਨਾਲ ਇਸ ਦਿਸ਼ਾ 'ਚ ਮਹੱਤਵਪੂਰਨ ਕਦਮ ਪੁੱਟੇ ਜਾਣੇ ਸ਼ੁਰੂ ਹੋਏ। ਉਸ ਵਕਤ ਤੱਕ ਬਨਾਵਟੀ ਬੌਧਿਕਤਾ ਦਾ ਸ਼ਬਦ ਤਾਂ ਅਜੇ ਚਾਲੂ ਵੀ ਨਹੀਂ ਸੀ ਹੋਇਆ। ਸਾਲ 1956 'ਚ ਬਨਾਵਟੀ ਬੌਧਿਕਤਾ ਦੇ ਅਧਿਐਨ ਦੀ ਤਜਵੀਜ਼ ਬਣੀ। ਇਸ ਤਜਵੀਜ਼ ਦਾ ਸਿਧਾਂਤਕ ਆਧਾਰ ਸੀ ਕਿ ਸਿੱਖਣ ਦਾ ਹਰ ਪਹਿਲੂ ਤੇ ਬੌਧਿਕਤਾ ਦਾ ਹਰ ਗੁਣ ਇੰਨੀ ਸੂਖਮ ਸਟੀਕਤਾ ਨਾਲ ਵਰਣਨ ਕੀਤਾ ਜਾ ਸਕਦਾ ਹੈ ਕਿ ਇਸ ਦੀ ਨਕਲ ਕਰਨ ਲਈ ਮਸ਼ੀਨ ਵੀ ਬਣਾਈ ਜਾ ਸਕਦੀ ਹੈ। AI ਜ਼ਰਾ ਔਖੀ ਹੋ ਰਹੀ ਹੈ ਪਾਪਾ, ਕੀ ਤੁਸੀਂ ਇਸ ਨੂੰ ਥੋੜਾ ਸੌਖਾ ਬਣਾ ਸਕਦੇ ਹੋ? ਬਈ ਜੇ ਤੁਸੀਂ ਇਸ ਦੀਆਂ ਗਹਿਰਾਈਆਂ ਨੂੰ ਸਮਝਣਾ ਹੈ ਤਾਂ ਤੁਹਾਨੂੰ ਵਿਗਿਆਨੀਆਂ ਦੇ ਵਿਚਾਰਾਂ ਨੂੰ ਸਮਝਣਾ ਪਵੇਗਾ। ਉਹਨਾਂ ਨੇ ਕਿਹਾ ਹੈ ਕਿ ਮੌਜੂਦਾ ਕੰਪਿਊਟਰਾਂ ਦੀ ਗਤੀ ਅਤੇ ਯਾਦਾਸ਼ਤ ਸ਼ਕਤੀ ਮੈਮਰੀ ਕੈਪੈਸਿਟੀ ਮਨੁੱਖੀ ਦਿਮਾਗ ਦੇ ਉੱਚ ਕਾਰਜਾਂ ਦੀ ਨਕਲ ਕਰਨ ਲਈ ਕਾਫੀ ਨਹੀਂ। ਵੱਡੀ ਰੁਕਾਵਟ ਮਸ਼ੀਨ ਦੀ ਸਮਰੱਥਾ ਦੀ ਘਾਟ ਨਹੀਂ ਹੈ, ਸਗੋਂ ਪ੍ਰੋਗਰਾਮਾਂ ਨੂੰ ਪੂਰਾ ਲਿਖਣ ਵਿੱਚ ਸਾਡੀ ਅਸਮਰਥਤਾ ਹੈ। ਪਰ ਅੱਜ ਤਾਂ ਅਸੀਂ ਉਹਨਾਂ ਪ੍ਰੋਗਰਾਮਾਂ ਨੂੰ ਲਿਖਣ ਦੇ ਯੋਗ ਹਾਂ। ਮਧੂ, ਤੇਰਾ ਕਥਨ ਅਰਧ ਸੱਤ ਹੈ, ਪਰ ਪੂਰਾ ਸੱਚ ਜਾਣਨ ਦੇ ਲਈ ਅੱਗੇ ਸੁਣਦੇ ਰਹੋ। ਕੰਪਿਊਟਰਾਂ ਵਿਚਲੀ ਭਾਸ਼ਾ ਪ੍ਰੋਸੈਸਿੰਗ ਬਾਰੇ ਵਿਗਿਆਨੀਆਂ ਨੇ ਬਹੁਤ ਦਿਲਚਸਪ ਤੱਥ ਦੱਸੇ ਨੇ। ਉਹ ਕੀ? ਉਹਨਾਂ ਨੇ ਕਿਹਾ ਕਿ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਮਨੁੱਖੀ ਵਿਚਾਰਾਂ ਦਾ ਬਹੁਤ ਵੱਡਾ ਹਿੱਸਾ ਤਰਕ ਦੇ ਅਤੇ ਅਨੁਮਾਨ ਦੇ ਨਿਯਮਾਂ ਰਾਹੀਂ ਸ਼ਬਦਾਂ ਦਾ ਹੇਰ-ਫੇਰ ਹੀ ਹੁੰਦਾ ਹੈ। ਪਰ ਕੰਪਿਊਟਰ ਵਿਗਿਆਨੀ ਤਾਂ ਕੁਦਰਤੀ ਭਾਸ਼ਾ ਨੂੰ ਗੰਭੀਰਤਾ ਨਾਲ ਲੈਂਦੇ ਨੇ। ਹਾਂਜੀ, ਤੁਸੀਂ ਕਾਲਜ 'ਚ ਦਰਸ਼ਨ ਸਿਖਾਉਂਦੇ ਹੋ ਤੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਵਿਅਕਤੀਗਤ ਉਦਾਹਰਨਾਂ ਪੇਸ਼ ਕਰਨ ਦੀ ਬਜਾਏ ਚੀਜ਼ਾਂ ਦਾ ਸਧਾਰਨੀਕਰਨ ਕਿੰਨਾ ਮਹੱਤਵਪੂਰਨ ਹੈ। ਤਾਂ ਕਿ ਫਿਰ ਉਹਨਾਂ ਨੇ ਸਧਾਰਨੀਕਰਨ ਯਾਨੀ ਕਿ ਜਨਰਲਾਈਜੇਸ਼ਨ ਦਾ ਮਤਾ ਪੇਸ਼ ਕੀਤਾ। ਹਾਂ, ਉਹਨਾਂ ਨੇ ਕਿਹਾ ਕਿ ਸਧਾਰਨੀਕਰਨ ਦਾ ਭਾਵ ਹੁੰਦਾ ਹੈ ਇੱਕ ਨਵਾਂ ਸ਼ਬਦ ਆਉਣ ਦੇਣਾ ਤੇ ਕੁਝ ਨਿਯਮ ਤਿਆਰ ਕਰਨਾ ਤਾਂ ਕਿ ਉਸ ਸ਼ਬਦ ਵਾਲੇ ਸਾਰੇ ਵਾਕਾਂ ਦਾ ਅਰਥ ਸਾਰੇ ਵਿਅਕਤੀ ਇੱਕੋ ਹੀ ਸਮਝਣ। ਅੱਛਾ। ਤਦ ਤੱਕ ਇਹ ਵਿਚਾਰ ਕਿਸੇ ਹੋਰ ਨੇ ਪੇਸ਼ ਨਹੀਂ ਸੀ ਕੀਤਾ। ਮੈਨੂੰ ਲੱਗਦਾ ਹੈ ਕਿ ਤੁਹਾਡੇ ਇਤਿਹਾਸ ਤੇ ਬਿੱਲ ਦੀ ਤਿਆਰੀ ਦੇ ਦਰਮਿਆਨ ਕੁਝ ਸੰਬੰਧ ਹੈ। ਹਾਂ, ਅੱਜ ਕੱਲ੍ਹ ਇੱਕ ਵਾਕੰਸ਼ ਪ੍ਰਚਲਿਤ ਹੈ ਜਿਸ ਨੂੰ ਕੁਦਰਤੀ ਭਾਸ਼ਾ ਪ੍ਰੋਸੈਸਿੰਗ ਕਹਿੰਦੇ ਨੇ। ਇਹ AI ਦਾ ਇੱਕ ਹਿੱਸਾ ਹੈ। ਇਸ ਨੂੰ NLP ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ ਕਿਹਾ ਜਾਂਦਾ ਹੈ। ਇਹ NLP ਕੁਦਰਤੀ ਭਾਸ਼ਾ ਵਰਤ ਕੇ ਗੱਲ ਕਰਦੇ ਮਨੁੱਖਾਂ ਤੇ ਕੰਪਿਊਟਰਾਂ ਦਰਮਿਆਨ ਹੋਣ ਵਾਲੀ ਗੱਲਬਾਤ ਨਾਲ ਸੰਬੰਧਿਤ ਹੈ। ਇਸ ਦਾ ਉਦੇਸ਼ ਕੀ ਹੈ? NLP ਦਾ ਉਦੇਸ਼ ਪੜ੍ਹਨਾ, ਸੰਕੇਤਿਕ ਲਿਖਤ ਨੂੰ ਕਿਸੇ ਭਾਸ਼ਾ ਦੇ ਸ਼ਬਦਾਂ 'ਚ ਬਦਲਣਾ, ਸਮਝਣਾ ਤੇ ਮਨੁੱਖੀ ਭਾਸ਼ਾਵਾਂ ਦੇ ਅਰਥ ਇਸ ਤਰ੍ਹਾਂ ਕਰਨੇ ਕਿ ਉਹ ਮਹੱਤਵਪੂਰਨ ਹੋਣ। ਅਸੀਂ ਮਸ਼ੀਨੀ ਬੁੱਧੀਮਾਨ ਪ੍ਰਣਾਲੀ ਨਾਲ ਗੱਲ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹਾਂ ਤੇ NLP ਕਈ ਪ੍ਰਣਾਲੀਆਂ ਵਿੱਚ ਗੱਲ ਕਰਨ ਵਾਸਤੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕੋਈ ਉਦਾਹਰਨਾਂ ਪਾਪਾ? ਮੰਨ ਲਓ ਕਿ ਇੱਕ ਰੋਬੋਟ ਹੈ ਜਿਸ ਨੇ ਤੁਹਾਡੀਆਂ ਹਿਦਾਇਤਾਂ ਅਨੁਸਾਰ ਕੰਮ ਕਰਨਾ ਹੈ। ਉਹ ਤੁਹਾਡੀ ਬੋਲੀ ਨੂੰ ਸਮਝ ਸਕਦਾ ਹੋਵੇ ਤੇ ਜੋ ਤੁਸੀਂ ਕਹਿੰਦੇ ਹੋ ਉਸ ਅਨੁਸਾਰ ਲਿਖ ਸਕਦਾ ਹੋਵੇ। ਮੈਨੂੰ ਸਮਝ ਆ ਗਿਆ। ਬਿੱਲ ਤਿਆਰ ਕਰਨ ਦੇ ਮਾਮਲੇ ਵਿੱਚ ਸੈੱਲਫੋਨ ਇੱਕ ਰੋਬੋਟ ਸੀ ਤੇ ਇਸਨੇ ਲੋੜੀਂਦਾ ਬਿੱਲ ਤਿਆਰ ਕੀਤਾ। ਵਾਹ, ਜਦੋਂ ਮੈਂ ਟਾਈਪ ਕਰਦੀ ਥੱਕ ਜਾਂਦੀ ਹਾਂ ਤਾਂ ਮੈਂ ਫੋਨ ਨੂੰ ਕੁਝ ਬੋਲਦੀ ਹਾਂ ਤੇ ਫੋਨ ਮੇਰੇ ਦੁਆਰਾ ਬੋਲੇ ਗਏ ਉਹਨਾਂ ਸ਼ਬਦਾਂ ਨੂੰ ਖੋਜ ਕੇ ਟਾਈਪ ਕਰ ਲੈਂਦਾ ਹੈ। ਵਾਹ, ਤੁਸੀਂ ਦੋਵੇਂ ਤਾਂ ਬਹੁਤ ਸਮਝਦਾਰ ਹੋ। ਪਰ ਤੁਹਾਨੂੰ ਜ਼ਰਾ ਜਿੰਨਾ ਹੋਰ ਸਮਝਣ ਦੀ ਲੋੜ ਹੈ। ਫੋਨ ਰੋਬੋਟ ਨਹੀਂ, ਪਰ ਫੋਨ ਵਿਚਲੇ ਸਾਫਟਵੇਅਰ ਪ੍ਰੋਗਰਾਮ ਨੂੰ ਰੋਬੋਟ ਮੰਨਿਆ ਜਾ ਸਕਦਾ ਹੈ। ਬੇਸ਼ੱਕ ਸੈੱਲ ਫੋਨ ਦੇ ਸਰਕਟ ਤੇ ਸਹਾਇਕ ਪ੍ਰੋਗਰਾਮ ਉਸ ਸਾਫਟਵੇਅਰ ਰੋਬੋਟ ਨੂੰ ਸਫਲ ਬਣਾਉਂਦੇ ਨੇ। ਕਿੰਨਾ ਅਜੀਬ ਹੈ, ਇੱਕ ਪ੍ਰੋਗਰਾਮ ਜਿਸ ਨੂੰ ਮੈਂ ਛੂ ਨਹੀਂ ਸਕਦੀ, ਆਪਣੀਆਂ ਗਿਆਨ ਇੰਦਰੀਆਂ ਨਾਲ ਉਸ ਦਾ ਪਤਾ ਨਹੀਂ ਲਗਾ ਸਕਦੀ, ਉਹ ਇੱਕ ਰੋਬੋਟ ਹੈ। ਵਰਚੁਅਲ ਮੇਰੀ ਪਿਆਰੀ ਅਨੁਪਮ, ਇਸ ਸੰਸਾਰ 'ਚ ਹਰ ਚੀਜ਼ ਵਰਚੁਅਲ ਹੈ। ਹੁਣ ਮੈਂ ਤੁਹਾਨੂੰ ਇੱਕ ਹੋਰ ਮਹੱਤਵਪੂਰਨ ਚੀਜ਼ ਬਾਰੇ ਦੱਸਣਾ ਚਾਹੁੰਦਾ ਜਿਸ ਦੀ ਤਜਵੀਜ਼ ਮੈਕਾਰਥੀ ਅਤੇ ਉਸ ਦੇ ਸਹਿ ਖੋਜਕਰਤਾ ਨੇ ਦਿੱਤੀ। NLP ਬਾਰੇ? ਨਹੀਂ, ਇਹ ਕੁਝ ਹੋਰ ਹੈ। ਚਲੋ ਦੱਸੋ।
ਨਿਊਰੋਨਸ ਬਾਰੇ ਤੁਸੀਂ ਕੀ ਜਾਣਦੇ ਹੋ? ਮੈਂ ਦੱਸਾਂ? ਹਾਂ, ਸਾਡੇ ਸਰੀਰ ਵਿਚਲੇ ਨਰਵ ਸੈੱਲ ਇਹ ਸਾਡੇ ਨਾੜੀ ਤੰਤਰ ਦੀ ਕਾਰਜਸ਼ੀਲ ਇਕਾਈ ਹੈ। ਠੀਕ ਹੈ। ਵਾਹ, ਬਹੁਤ ਵਧੀਆ। ਖੋਜਕਰਤਾਵਾਂ ਨੇ ਨਿਊਰਾਨਾਂ ਅਤੇ ਇਹਨਾਂ ਦੁਆਰਾ ਬਣਨ ਵਾਲੇ ਨੈਟਵਰਕ ਦੀ ਧਾਰਨਾ ਨੂੰ ਲਿਆ ਤੇ ਇਸ ਨੂੰ ਕੰਪਿਊਟਰਾਂ 'ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸੋਚਿਆ ਕਿ ਕਾਲਪਨਿਕ ਨਿਊਰਾਨਾਂ ਦੀ ਕੋਈ ਤਰਤੀਬ ਬਣਾਈ ਜਾ ਸਕਦੀ ਹੈ ਤਾਂ ਕਿ ਉਹ ਕੋਈ ਸੰਕਲਪ ਬਣਾ ਸਕਦੇ ਹੋਣ। ਉਹਨਾਂ ਨੇ ਕਿਹਾ ਇਹ ਸਮੱਸਿਆ 'ਤੇ ਕਾਫੀ ਸਿਧਾਂਤਕ ਅਤੇ ਪ੍ਰਯੋਗਾਤਮਕ ਕੰਮ ਹੋ ਚੁੱਕਿਆ ਹੈ, ਪਰ ਅਜੇ ਹੋਰ ਕਰਨ ਦੀ ਲੋੜ ਹੈ। ਉਹ ਚਾਹੁੰਦੇ ਸਨ ਕਿ ਕੰਪਿਊਟਰ ਉਸੇ ਤਰ੍ਹਾਂ ਸਮਝਣ ਜਿਵੇਂ ਕਿ ਇੱਕ ਮਨੁੱਖ ਸਮਝਦਾ ਹੈ। ਵਾਹ, ਕਮਾਲ। ਤੁਸੀਂ ਪੁੱਛ ਰਹੇ ਸੀ ਕਿ ਹੁਣ ਸਾਰੀ ਜਗ੍ਹਾ AI ਹੈ। ਮੈਂ ਅਸਹਿਮਤ ਸੀ, ਪਰ ਮੈਂ ਕਹਿ ਸਕਦਾ ਕਿ ਮੇਰਾ ਕ੍ਰੈਡਿਟ ਕਾਰਡ ਜਿਸ ਦੁਆਰਾ ਮੈਂ ਹੁਣੇ ਹੀ ਭੁਗਤਾਨ ਕੀਤਾ ਹੈ, ਬਨਾਵਟੀ ਬੁੱਧੀ ਰਾਹੀਂ ਹੀ ਧੋਖਾਧੜੀ ਤੋਂ ਸੁਰੱਖਿਅਤ ਹੈ। ਕਿਵੇਂ? ਇਹ ਪਤਾ ਲਗਾਉਣ ਲਈ ਕਿ ਕੋਈ ਪ੍ਰੋਗਰਾਮ ਚੋਰੀ ਛਿਪੇ ਮੈਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਝ ਰੋਕਾਂ, ਚੈੱਕਸ, ਬੰਦਸ਼ਾਂ ਨੇ। ਇਹ ਸਾਰਾ ਡਿਜੀਟਲ ਲੈਣ ਦੇਣ ਨੂੰ ਸੁਰੱਖਿਅਤ ਰੱਖਣ 'ਚ ਸਹਾਇਤਾ ਕਰਦਾ ਹੈ। ਪਰ ਪਾਪਾ ਬਸ ਇਸ ਚਰਚਾ ਨੂੰ ਇੱਥੇ ਹੀ ਖਤਮ ਕਰਦੇ ਹਾਂ। ਅੱਜ ਟੈਲੀਵਿਜ਼ਨ ਤੇ ਬਨਾਵਟੀ ਬੁੱਧੀ ਬਾਬਤ ਅੱਗੜ ਪਿਛੜ 2 ਫਿਲਮਾਂ ਆ ਰਹੀਆਂ ਨੇ। ਸਾਨੂੰ ਉਹਨਾਂ ਨੂੰ ਵੇਖਣ ਦੀ ਲੋੜ ਹੈ। ਵੀ ਕਿਹੜੀਆਂ ਫਿਲਮਾਂ? ਇੱਕ ਪੁਰਾਣੀ ਸ਼ਾਹਰੁਖ ਖਾਨ ਸਟਾਰਰ ਫਿਲਮ ਰਾਵਣ ਹੈ ਤੇ ਦੂਜੀ ਹਾਲੀਵੁੱਡ ਫਿਲਮ ਹੈ AI ਰਾਈਜ਼ਿੰਗ। ਹੁਣ ਹੋਰ ਨਾ ਬੋਲੋ, ਮੈਂ ਟੀਵੀ ਚਾਲੂ ਕਰਦਾ, ਫਿਲਮਾਂ ਦਾ ਸਮਾਂ ਹੋ ਗਿਆ। ਸੱਚਮੁੱਚ ਕਮਲ, ਤੁਸੀਂ ਇਲੈਕਟ੍ਰੀਕਲ ਇੰਜੀਨੀਅਰ ਬਣ ਕੇ ਨਾ ਆਪਣੀ ਪ੍ਰਤਿਭਾ ਨੂੰ ਬਰਬਾਦ ਕਰ ਰਹੇ ਹੋ। ਤੁਹਾਨੂੰ ਤਾਂ ਇੱਕ ਅਦਾਕਾਰ ਹੋਣਾ ਚਾਹੀਦਾ ਸੀ। ਮੈਂ ਤਾਂ ਪਹਿਲਾਂ ਹੀ ਇੱਕ ਅਦਾਕਾਰ ਹਾਂ, ਪਰ ਮੈਂ ਸਿਰਫ ਘਰ 'ਚ ਹੀ ਪ੍ਰਦਰਸ਼ਨ ਕਰਦਾ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ ਦੂਜੀ ਕੜੀ। ਨੋਟ ਕਰੋ ਇਸ ਕੜੀ ਦੇ ਸਵਾਲ। ਸਵਾਲ ਨੰਬਰ 1, ਬਣਾਉਟੀ ਬੌਧਿਕਤਾ ਘਰ ਵਿੱਚ ਕਿਸ ਤਰ੍ਹਾਂ ਕੰਮ ਆ ਸਕਦੀ ਹੈ। ਸਵਾਲ ਨੰਬਰ 2, AI ਰਾਹੀਂ ਆਪ ਦੀ ਪਸੰਦ ਨਾਪਸੰਦ ਦਾ ਕਿਵੇਂ ਪਤਾ ਲੱਗ ਜਾਂਦਾ ਹੈ। ਸਵਾਲ ਇੱਕ ਵਾਰ ਫੇਰ ਸੁਣ ਲਓ। ਸਵਾਲ ਨੰਬਰ 1, ਬਣਾਉਟੀ ਬੌਧਿਕਤਾ ਘਰ ਵਿੱਚ ਕਿਸ ਤਰ੍ਹਾਂ ਕੰਮ ਆ ਸਕਦੀ ਹੈ। ਸਵਾਲ ਨੰਬਰ 2, AI ਰਾਹੀਂ ਆਪ ਦੀ ਪਸੰਦ ਨਾਪਸੰਦ ਦਾ ਕਿਵੇਂ ਪਤਾ ਲੱਗ ਜਾਂਦਾ ਹੈ। ਸਹੀ ਜਵਾਬ ਭੇਜਣ ਲਈ ਪਤਾ ਹੈ ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਭਾਗ ਲੈਣ ਵਾਲੇ ਕਲਾਕਾਰ ਗੁੰਜਨ ਕਪੂਰ, ਹਰਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਰਾਜੇਸ਼ ਸ਼ਰਮਾ, ਅਵਿਨਾਸ਼, ਹਰਿੰਦਰਪਾਲ, ਹਰੀਸ਼ ਚੰਦਰ, ਰਾਸ਼ੀ ਕਸ਼ਪ ਤੇ ਗੁਰਵਿੰਦਰ ਸਿੰਘ। ਪੰਜਾਬੀ ਰੂਪਾਂਤਰ ਭਾਰਤ ਗਿਆਨ ਵਿਗਿਆਨ ਸਮਿਤੀ ਚੰਡੀਗੜ੍ਹ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੀਪ ਜੋਸ਼ੀ।